ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ, ਨਿੱਘੀ ਮਿੱਠੀ ਸਦਾ ਸੁੱਖ ਦੇਣ ਵਾਲੀ ਗੋਦ। ਤੇਗ ਬਹਾਦਰ ਸਿਮਰਿਆ ਕਰਨੌ ਨਿਧਾਵੈ, ਧਾਈ ਸਭ ਥਾਈ ਹੋਏ ਸਹਾਈ। ਉਹ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਧਰਤੀ, ਜਗਤ ਮਾਤਾ ਮਾਤਾ ਗੁਜਰ ਕੌਰ ਜੀ, ਸਤਿਗੁਰੂ ਮਹਾਰਾਜ ਦੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਮਹਾਰਾਜ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਮਹਾਰਾਜ ਜੀ, ਉਹਨਾਂ ਵੱਲੋਂ ਇਸ ਧਰਤੀ ਨੂੰ ਨਵਾਜਿਆ ਗਿਆ, ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ। ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਕਾਫੀ ਸਮੇਂ ਤੋਂ ਗੁਰੂ ਚਰਨਾਂ ਵਿੱਚ ਪਹੁੰਚ ਕਰਕੇ ਹਰੀ ਜਸ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ। ਪਹਿਲਾਂ ਨਾਭੇ ਤੋਂ ਜੱਥਾ ਜੋ ਹਰ ਮਹੀਨੇ ਆਉਂਦਾ ਹੈ ਗੁਰਮੁਖ ਪਿਆਰਿਆਂ ਦੇ ਪਾਸੋਂ, ਉਸ ਤੋਂ ਉਪਰੰਤ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਧਰਮ ਪ੍ਰਚਾਰਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੋ ਡਿਊਟੀ ਲੱਗੀ ਹੈ ਗਿਆਨੀ ਮੋਹਨ ਸਿੰਘ ਜੀ, ਉਹਨਾਂ ਦੇ ਪਾਸੋਂ, ਫਿਰ ਬਾਬਾ ਜੀ ਪਾਸੋਂ, ਗੁਰਮੁਖਾਂ ਦੇ ਪਾਸੋਂ ਹਰੀ ਜਸ ਕੀਰਤਨ ਸਰਵਣ ਕਰ ਰਹੇ ਸੀ। ਆਉਣ ਵਾਲੇ ਸਮੇਂ ਨੂੰ ਸਫਲਾ ਕਰੀਏ। ਗੁਰਫਤਿਹ ਦੀ ਸਾਂਝ ਪਾਓ, ਪਿਆਰ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਤਸੰਗ ਦੇ ਵਿੱਚ ਮਿਲ ਗਿਆ ਹੈ ਭਵਜਲ ਸੰਸਾਰ ਤੋਂ ਤਰ ਗਿਆ ਔਰ ਤਰ ਜਾਵੇਗਾ। ਔਰ ਇੱਕ ਜਗ੍ਹਾ ਇਉਂ ਵੀ ਕਿ ਬਿਨ ਸਤ ਸੰਗ ਕਹੋ ਕੋ ਤਰਿਆ। ਮਹਾਰਾਜ ਕਹਿੰਦੇ ਲੱਭ ਕੇ ਲਿਆਓ ਕੋਈ ਇੱਕ ਵੀ, ਜਿਹੜਾ ਬਗੈਰ ਸਤਸੰਗ ਤੋਂ ਇਸ ਭਵਜਲ ਸੰਸਾਰ ਤੋਂ ਤਰਿਆ ਹੋਵੇ। ਸੋ ਆਓ, ਭਾਗਾਂ ਵਾਲੇ ਨੂੰ ਸਤਸੰਗ ਪ੍ਰਾਪਤ ਹੁੰਦੀ ਹੈ, ਉਹਨਾਂ ਵਿੱਚ ਆਪਣਾ ਵੀ ਨਾਮ ਦਰਜ ਹੈ। ਕਥਨ ਹੈ ਮਹਾਂਪੁਰਖਾਂ ਦਾ ਮਿਲਣਾ ਚਾਹੇ ਸਿੰਧ ਕੋ, ਕਰ ਸਰਤਾ ਕੋ ਸੰਗ, ਪਰਸਰਾਮ ਹਰ ਮਿਲਨ ਕੋ ਮਾਰਗ ਹੈ ਸਤ ਸੰਗ। ਸਮੁੰਦਰ ਦਾ ਪਾਣੀ ਸਮੁੰਦਰ ਤੋਂ ਵਿਛੜ ਗਿਆ ਕਿਸੇ ਕਾਰਨਾਂ ਕਰਕੇ, ਭਾਫ ਬਣ ਕੇ ਉੱਡ ਗਿਆ, ਬਾਰਿਸ਼ ਪੈ ਗਈ, ਕਿਤੇ ਜਾ ਕੇ ਗਿਰ ਗਿਆ, ਪਤਾ ਨਹੀਂ ਕਿਤੇ ਜਾ ਕੇ ਗਿਰ ਗਿਆ, ਦੂਰ ਹੋ ਗਿਆ ਸਮੁੰਦਰ ਤੋਂ। ਦੁਬਾਰਾ ਸਮੁੰਦਰ ਨੂੰ ਮਿਲਣਾ ਚਾਹੇ ਉਹਨੂੰ ਨਦੀਆਂ ਨਾਲਿਆਂ ਦੀ ਸੰਗਤ ਕਰਨੀ ਪਵੇਗੀ। ਐਵੇਂ ਜਿਵੇਂ ਵਾਹਿਗੁਰੂ ਪਰਮੇਸ਼ਰ ਕਹੋ ਕਬੀਰੇ ਰਾਮ ਕੀ ਅੰਸ਼ ਜੀ, ਪਰਮੇਸ਼ਰ ਦੀ ਅੰਸ਼ ਹੀ ਹੈ, ਉਹਦਾ ਹੀ ਰੂਪ ਹੈ, ਪਰ ਉਹ ਤੋਂ ਵਿਛੜ ਕਰਕੇ ਇੱਕ ਜੀਵ ਕੋਟੀ ਦੇ ਵਿੱਚ ਆ ਗਿਆ ਹੈ, ਅਨੇਕਾਂ ਦੁੱਖ ਪਾ ਰਿਹਾ। ਜਿਵੇਂ ਉਹ ਸਮੁੰਦਰ ਦਾ ਪਾਣੀ ਵਿਛੜ ਕੇ ਸਮੁੰਦਰ ਤੋਂ ਦੁੱਖ ਹੀ ਪਾਉਂਦਾ, ਛੱਪੜ ਬਣ ਜਾਂਦਾ, ਬਦਬੂ ਆਉਂਦੀ ਹੈ, ਮੱਛੀਆਂ ਡੱਡੀਆਂ ਚਿੱਕੜ ਕਿਸੇ ਕੰਮ ਦਾ ਨਹੀਂ ਰਹਿੰਦਾ। ਐਵੇਂ ਜਿਵੇਂ ਸਾਧ ਸੰਗਤ ਦੁੱਖਾਂ ਦਾ ਹੀ ਕਾਰਨ ਬਣਦਾ। ਪਰ ਫਿਰ ਜੇ ਮਿਲਣਾ ਚਾਹੇ ਪਰਮੇਸ਼ਰ ਨੂੰ, ਮਿਲਣ ਤਾਂ ਸਾਰਿਆਂ ਨੇ ਹੀ ਹੈ, ਪਰ ਭਾਗਾਂ ਵਾਲਿਆਂ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ, ਉਹਨੂੰ ਜਗਿਆਸੂ ਕਿਹਾ ਹੈ। ਕਿਵੇਂ ਮਿਲਿਆ ਜਾਵੇ ਉਸ ਵਾਹਿਗੁਰੂ ਪਰਮੇਸ਼ਰ ਨੂੰ? ਪਰਸਰਾਮ ਹਰ ਮਿਲਨ ਕੋ ਮਾਰਗ ਹੈ ਸਤਸੰਗ। ਸਤਸੰਗ ਦਾ ਹੀ ਮਾਰਗ ਹੈ, ਸਤਸੰਗ ਦੁਆਰਾ ਮਿਲਿਆ ਜਾਣਾ ਹੈ। ਸੰਗਤ ਫਲ ਭਿਖੀਆ ਤਤਕਾਲਾ, ਤਤਕਾਲ ਬੜੀ ਜਲਦੀ ਸੰਗਤ ਦਾ ਫਲ। ਸੰਗਤ ਫਲ ਭਿਖੀਆ ਤਤਕਾਲਾ, ਕਾਗੋਂ ਪਿਕ ਪਿਕ ਬੱਕੋਂ ਮਰਾਲਾ। ਕਾਵਾਂ ਤੋਂ ਪਿਕ ਕਹੀਏ ਕੋਇਲ, ਕੋਇਲ ਤੋਂ ਬੱਗ ਕਹੀਏ ਬਗਲੇ, ਬਗਲਿਆਂ ਤੋਂ ਮਰਾਲ ਕਹੀਏ ਹੰਸ ਬਣ ਜਾਣਾ। ਸਰਵਣ ਕਰਦੇ ਹੁੰਦੇ ਆ। ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਮਹਾਰਾਜ ਜੀ, ਮਹਾਂਪੁਰਖਾਂ ਦੇ ਦਰਸ਼ਨਾਂ ਦਾ, ਗੁਰੂ ਪੀਰਾਂ ਦੇ ਦਰਸ਼ਨਾਂ ਦਾ, ਸਤਸੰਗ ਦਾ ਮਹਾਤਮ। ਕਹਿੰਦੇ ਜਾਈ ਫਲਾਣੇ ਜਗ੍ਹਾ ਜਾਈ, ਨਗਰ ਤੋਂ ਬਾਹਰ ਗਿਆ, ਕੀ ਦੇਖਿਆ ਉੱਥੇ? ਕਾਵਾਂ ਦਾ ਜੋੜਾ ਹੈ। ਕੀ ਤੋਂ ਪੁੱਛੇ? ਮੁੜਿਆ ਆ। ਮਹਾਰਾਜ ਜੀ ਕੋਲੇ ਫੇਰ ਬੇਨਤੀ, ਕੱਲ੍ਹ ਨੂੰ ਜਾਈ। ਦੂਜੇ ਦਿਨ ਗਿਆ, ਕਾਵਾਂ ਦੇ ਜੋੜੇ ਤੋਂ ਸਾਧ ਸੰਗਤ ਫਿਰ ਕੋਇਲਾਂ ਦਾ ਜੋੜਾ ਬਣ ਗਿਆ ਹੈ। ਤੀਜੇ ਦਿਨ ਬਗਲੇ, ਫਿਰ ਹੰਸ,
ਅਖੀਰ ਦੇਵਤੇ 2 ਬੈਠੇ ਹੋਏ ਨੇ, ਉਹਨਾਂ ਨੂੰ ਪੁੱਛਿਆ ਸੰਗਤ ਦਾ ਮਹਾਤਮ ਦੱਸੋ। ਕਹਿੰਦੇ ਪ੍ਰੇਮੀ ਅੱਖੀਂ ਦੇਖ ਲਿਆ। ਕਹਿੰਦੇ ਜੀ ਸਮਝ ਵਿੱਚ ਨਹੀਂ ਆਇਆ। ਕਹਿੰਦੇ ਜਿਹੜੇ ਕੌਂ ਬੈਠੇ ਸੀ ਅਸੀਂ ਵੀ ਸੀ, ਤੇਰੇ ਦਰਸ਼ਨ ਕਰਕੇ। ਕੋਇਲ, ਕਾਵਾਂ ਦਾ ਕੰਮ ਹੁੰਦਾ ਕਾਗ ਵਤਨ ਵਿਸ਼ਟਾ ਕਾ ਵਾਸ, ਗੰਦਗੀ ਖਾਣੀ। ਪਰ ਕੋਇਲ ਜਿਹੜੀ ਹੈ ਗੰਦਗੀ ਨਹੀਂ ਖਾਊਗੀ, ਬਾਗਾਂ ਦੇ ਮਿੱਠੇ ਮਿੱਠੇ ਫਲ ਖਾਂਦੀ ਹੈ, ਮਿੱਠੇ ਬੋਲ ਬੋਲਦੀ ਹੈ। ਨਹੀਂ ਤਾਂ ਕੋਇਲ ਦੀ, ਵਾਹਿਗੁਰੂ ਜੀ ਕਾਂ ਦੀ ਬਾਬਤ ਕਿਹਾ, ਕਾਂ ਨਾ ਭਾਵੈ ਬੋਲਿਆ, ਕੋਇਲ ਬੋਲੀ ਸਭਨਾ ਭਾਣੀ। ਸੰਗਤ ਵਿੱਚ ਆ ਕਰਕੇ ਕੋਇਲ ਵਾਲੀ ਬੋਲੀ ਬੋਲਣ ਲੱਗ ਜਾਂਦਾ। ਨਹੀਂ ਪਹਿਲਾਂ ਕੌੜੀ ਬੋਲੀ ਹੁੰਦੀ ਹੈ, ਹਰ ਇੱਕ ਨੂੰ ਬੁਰੀ ਲੱਗਦੀ ਹੈ। ਉਦੋਂ ਬਾਅਦ ਫਿਰ ਬਗਲੇ ਸਾਧ ਸੰਗਤ ਵਧੀਆ ਬਾਣਾ ਧਾਰਨ ਕਰ ਲੈਣਾ, ਅੰਮ੍ਰਿਤ ਛਕ ਲੈਣਾ। ਫਿਰ ਸਾਧ ਸੰਗਤ ਹੰਸਾਂ ਵਾਲੀ ਬਿਰਤੀ ਹੋ ਜਾਂਦੀ ਹੈ। ਮੋਤੀ ਖਾਣੇ ਤੇ ਲਾਲ ਉਗਲ ਜਾਣੇ, ਗੁਰਬਾਣੀ ਰੂਪੀ ਮੋਤੀ ਚੁਗਦੇ ਨੇ। ਫਿਰ ਉਹ ਹੰਸ ਸਤਸੰਗ ਦੇ ਵਿੱਚੋਂ ਸਾਧ ਸੰਗਤ ਗੁਰੂ ਮਹਾਰਾਜ ਦੇ ਬਚਨ ਸੁਣਦੇ ਨੇ। ਫਿਰ ਉਹਨਾਂ ਦੀ ਬਾਬਤ ਕਿਹਾ, ਉੱਤਮ ਸ਼ਲੋਕ ਸਾਧ ਕੇ ਬਚਨ ਉਮਲੀਕ ਲਾਲ ਇਹ ਰਤਨ। ਉਹਨੂੰ ਫਿਰ ਕਿਹਾ ਹੈ ਜਿਹੜਾ ਇਸੀ ਸਤਸੰਗ ਦੇ ਵਿੱਚ ਆ ਗਿਆ ਉਹ ਭਵਜਲ ਸੰਸਾਰ ਤੋਂ ਤਰ ਜਾਵੇਗਾ, ਸੰਸਾਰ ਨਹੀਂ ਰਹਿੰਦਾ। ਸਤਸੰਗ ਜਿਹੜੀ ਆ ਉਹ ਵੀ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਬਾਹਰ ਜੇ ਆਵਾਜ਼ ਸੁਣਦੀ ਹੋਵੇ ਮੇਰੀ ਸੰਗਤਾਂ ਨੂੰ, ਕਿਉਂ ਇਹ ਵੀ ਪ੍ਰਧਾਨ ਜੀ ਨੇ ਮੈਨੂੰ ਕਹਿ ਦਿੱਤਾ ਸੀ ਬੇਨਤੀ ਕਰਦੇ ਹੋ, ਵੈਸੇ ਤਾਂ ਮੈਂ ਕਦੇ ਬੇਨਤੀ ਨਹੀਂ ਕਰੀ। ਬਹੁਤ ਵਧੀਆ ਗੱਲ ਹੈ ਆਪ ਜੀ ਆਏ ਹੋ, ਤੀਰਥ ਹੈ ਬਹੁਤ ਵੱਡਾ ਇਹ। ਤੀਰਥ ਨਹੀਂ, ਤੀਰਥਾਂ ਨੂੰ ਬਣਾਉਣ ਵਾਲਾ। ਤੀਰਥ ਤਾਂ ਮਹਾਰਾਜ ਜੀ ਕਹਿੰਦੇ 68 ਤੀਰਥ ਜੈ ਸਾਧ ਭਗਤ ਹੈ, ਜਿੱਥੇ ਫਿਰ ਗੁਰੂ ਮਹਾਰਾਜ ਜੀ ਚਰਨ ਧਰ ਗਏ। ਇਸ ਕਰਕੇ ਮਹਾਨ ਫਲ ਹੈ, ਤੁਸੀਂ ਆਉਂਦੇ ਹੋ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹੋ, ਤੁਹਾਡੇ ਮਨ ਵਿੱਚ ਸ਼ਰਧਾ ਹੈ। ਜਿਹੜੀ ਸੰਗਤਾਂ ਬਾਹਰ ਬੈਠੀਆਂ ਨੇ ਉਹ ਸਰਵਣ ਕਰਿਓ। ਮਾਤਾ ਜੀ ਪ੍ਰਤੀ ਸ਼ਰਧਾ ਹੈ, ਮੱਥਾ ਟੇਕ ਕੇ ਹਾਜ਼ਰੀ ਭਰ ਕੇ ਚੌਂਕੀ ਭਰ ਕੇ ਮੁੜ ਗਏ। ਔਰ ਪੂਰਨ ਲਾਹਾ ਨਹੀਂ ਪਿਆਰਿਓ ਪ੍ਰਾਪਤ ਹੋਣਾ ਜਿੰਨੀ ਦੇਰ ਤੱਕ ਗੁਰੂ ਮਹਾਰਾਜ ਜੀ ਦੀ ਕੋਈ ਗੱਲ ਨਹੀਂ ਸੁਣਦੇ ਅਸੀਂ। ਤਾਂ ਅਸੀਂ ਆਪਣੇ ਰਿਸ਼ਤੇਦਾਰ ਦੇ ਘਰੇ ਜਾਓ, ਜਾ ਕੇ ਮਿਲੋ, ਹੱਥ ਮਿਲਾਓ, ਸਤਿ ਸ੍ਰੀ ਅਕਾਲ ਬੁਲਾਓ। ਉਹਦੀ ਗੱਲ ਨਾ ਕੋਈ ਸੁਣਨੀ ਨਾ ਉਹਨੂੰ ਸੁਣਾਉਣੀ। ਕਹਿੰਦਾ ਜਿਹੇ ਜਿਹਾ ਯਾਰ ਤੂੰ ਆਇਆ ਮੇਰੇ ਕੋਲੇ, ਜਿਹੇ ਜਿਹਾ ਨਾ ਆਇਆ, ਕੀ ਫਾਇਦਾ ਹੋਇਆ ਤੇਰੇ ਆਉਣ ਦਾ। ਇਸ ਕਰਕੇ ਬਹੁਤ ਵੱਡਾ ਮਹੱਤਮ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪਾਂ ਨੂੰ ਕੌਣ ਆਉਣ ਦਿੰਦਾ ਸੀ ਸੰਗਤ ਵਿੱਚ? ਸ਼ੂਦਰ ਕਹਿ ਕੇ ਦਰਕਾਰਿਆ ਜਾਂਦਾ ਸੀ। ਆਪਾਂ ਸਾਰੀ ਇੱਕ ਬ੍ਰਾਹਮਣ ਤੋਂ ਬਗੈਰ ਬਾਕੀ ਸਾਰੇ ਸ਼ੂਦਰ ਜਾਤੀ ਵਿੱਚ ਗਿਣੇ ਜਾਂਦੇ ਸੀ। ਵੜਨ ਦਾ ਹੁਕਮ ਨਹੀਂ ਸੀ। ਭਗਤ ਨਾਮਦੇਵ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਵੀ ਧੱਕੇ ਪਏ ਸੀ। ਔਰ ਇੱਕ ਬੜਾ ਸੋਹਣਾ ਬਚਨ ਕਿਹਾ ਹੈ, ਮੈਨੂੰ ਡਾਕਟਰਾਂ ਨੇ ਮਨਾ ਕਰ ਦਿੱਤਾ ਸੀ। ਕਹਿੰਦੇ ਜਿੱਥੇ ਸਾਊਂਡ ਲੱਗਿਆ ਹੋਵੇ ਉੱਥੇ ਨਾ ਜਾਇਓ, ਸਾਊਂਡ ਦੀ ਆਵਾਜ਼ ਨਾ ਪੈਣ ਦਿਓ, ਉੱਚੀ ਕੀਰਤਨ ਨਾ ਕਰਿਓ, ਤੇ ਚੌਂਕੜਾ ਨਾ ਲਾਇਓ। ਪਰਸੋਂ ਇੱਕ ਡਾਕਟਰ ਕਹਿੰਦਾ, ਮੈਂ ਕਿਹਾ ਤੁਸੀਂ ਕਹਿ ਰਹੇ ਹੋ ਤੁਹਾਡੀ ਮੰਨਾ ਜਾਂ ਗੁਰੂ ਮਹਾਰਾਜ ਜੀ ਦੀ ਮੰਨਾ? ਮਹਾਰਾਜ ਜੀ ਕਹਿੰਦੇ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। 100 ਵਾਰੀ ਦੁਰ ਫਿੱਟੇ ਮੂੰਹ ਯਾਰ ਉਹਦੇ ਜਿਹੜਾ ਸੰਗਤ ਵਿੱਚ ਨਹੀਂ ਆਇਆ ਮਨੁੱਖਾ ਜਨਮ ਧਾਰਨ ਕਰਕੇ। ਡਾਕਟਰ ਸਾਹਿਬ ਤੁਹਾਡੀ ਮੰਨਾ ਕਿ ਗੁਰੂ ਦੀ ਮੰਨਾ? ਮੈਂ ਭਾਈ ਗੁਰਦਾਸ ਜੀ ਕਹਿੰਦੇ ਨੇ ਹੁਣ ਤੇਰੇ ਕੋਲ ਟਾਈਮ ਨਹੀਂ ਸਤਸੰਗ ਦੇ ਵਿੱਚ ਜਾਣ ਦਾ। ਮੱਥਾ ਟੇਕਿਆ, ਉਧਰ ਦੇ ਉਧਰ ਮੁੜ ਗਿਆ। ਮੈਂ ਬਹੁਤਾ ਨਹੀਂ ਕਰਦਾ, ਬਹੁਤ ਵਧੀਆ ਜਿਹੜੇ ਆਉਂਦੇ ਹੋ। ਔਰ ਭਾਈ ਜੀ ਕਹਿੰਦੇ ਫੇਰ ਦੱਸ ਕਦੋਂ ਸਮਾਂ ਮਿਲੂ? ਕਤ ਪੁਨ ਮਾਨਸ ਜਨਮ ਕਤ ਸਾਧ ਸੰਗ। ਕਦੋਂ ਦੁਬਾਰਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਊਗਾ? ਹੁਣ ਮਿਲ ਗਿਆ 84 ਲੱਖ ਜੂਨੀ, ਪੂਰਾ ਗੇੜਾ ਕੱਢਣਾ ਪੈਣਾ, ਫੇਰ ਮਿਲੂ ਸਮਾਂ ਆਪਾਂ ਨੂੰ। ਹੁਣ ਇੱਥੇ ਕੁੱਤੇ ਨੂੰ ਵੜਨ ਦੇ ਦਾਂਗੇ ਆਪਾਂ, ਬਿੱਲੇ ਨੂੰ ਆਉਣ ਦੇ ਦਾਂਗੇ, ਜਾਂ ਹੋਰ ਕੋਈ ਜਾਨਵਰ? ਨਹੀਂ, ਕਿਸੇ ਨੂੰ ਆਉਣ ਦਾ ਅਧਿਕਾਰ ਇੱਕ ਮਨੁੱਖ ਨੂੰ ਅਧਿਕਾਰ ਹੈ। ਭਾਵੇਂ ਮਾਈ ਹੈ, ਭਾਵੇਂ ਭਾਈ ਲੋਕ ਹੈ, ਸਾਧ ਸੰਗਤ ਸਤਿਕਾਰ ਹੁੰਦਾ ਹੈ। ਚਾਦਰਾਂ ਵਿਛਾਈਆਂ ਜਾਂਦੀਆਂ ਨੇ, ਪੱਖੇ ਝੱਲੇ ਜਾਂਦੇ ਨੇ, ਲੰਗਰ ਪਾਣੀ ਦੀ ਸੇਵਾ ਹੁੰਦੀ ਹੈ। ਪਰ ਬਈ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਸਮਾਂ ਉੱਥੋਂ ਖੁੰਝ ਗਿਆ, ਮਨੁੱਖਾ ਜਨਮ ਚਲਿਆ ਗਿਆ, ਇੱਕ ਦਿਨ ਚਲਿਆ ਜਾਣਾ ਹੈ। ਸਾਧ ਸੰਗਤ ਤੁਰਨਾ ਸਾਰਿਆਂ ਨੇ ਜਾਣਾ ਹੈ। ਫਿਰ ਕਦੋਂ ਸਮਾਂ ਦੁਬਾਰਾ ਭਲਿਆ ਤੈਨੂੰ ਮਿਲੂਗਾ? ਕਤ ਪੁਨ ਮਾਨਸ ਜਨਮ।
ਜੇ ਮਿਲ ਵੀ ਗਿਆ ਫਿਰ ਕੀ ਪਤਾ ਸਤਸੰਗ ਜਾਣ ਦਾ ਸਮਾਂ ਮਿਲੇ ਨਾ ਮਿਲੇ। ਹਰੀ ਚੰਦ ਰਾਜਾ ਕਹਿੰਦਾ ਵੱਢ ਦੂੰ ਜੇ ਇੱਥੇ ਕਿਸੇ ਨੇ ਸਤਸੰਗ ਕਰੀ। ਉਹ ਵੱਖਰੀ ਗੱਲ ਹੈ ਕਿ ਉਹਦੇ ਘਰ ਵਾਲੀ ਤਾਰਾ ਰਾਣੀ ਨੇ ਜਾਗ ਲਾਤਾ, ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਇਸ ਸਤਸੰਗ ਦਾ ਹੀ ਮਹਾਤਮਾ ਇੱਕ ਵਾਰੀ ਪੜ੍ਹਿਓ ਤਾਂ ਜਰਾ ਪਿਆਰ ਦੇ ਨਾਲ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਨਾਲੇ ਤਾਰਿਆ ਹਰੀ ਚੰਦ ਰਾਜਾ, ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਉਹ ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਨਾਲੇ ਤਾਰਿਆ ਹਰੀ ਚੰਦ ਰਾਜਾ, ਨਾਲੇ ਰਾਣੀ ਆਪ ਤਰ ਗਈ। ਐਡੀ ਵੱਡੀ ਪਾਬੰਦੀ ਲਾਈ ਹੋਈ ਰਾਜੇ ਦੀ, ਪਰ ਕੋਈ ਪਰਵਾਹ ਨਾ ਕਰੀ। ਸਮਾਂ ਐਸਾ ਆ ਗਿਆ ਵੀ ਅਯੁੱਧਿਆਪੁਰੀ ਨੂੰ ਹੀ ਕਹਿੰਦੇ ਲੈ ਗਿਆ ਸੀ ਵੈਕੁੰਠਾਂ ਨੂੰ, ਸਤਸੰਗ ਦਾ ਮਹਾਤਮਾ। ਇਸ ਕਰਕੇ ਡਾਕਟਰ ਸਾਹਿਬ ਤੁਹਾਡੀ ਹੀ ਮੰਨਾ, ਗੁਰੂ ਮਹਾਰਾਜ ਜੀ ਦੀ ਮੰਨਾ। ਭਾਈ ਜੀ ਕਹਿੰਦੇ ਨੇ ਗੁਰੂ ਘਰ ਦੇ ਵੇਦ ਵਿਆਸ, ਪਹਿਲਾਂ ਤਾਂ ਮਨੁੱਖਾ ਜਨਮ ਹੀ ਮਿਲਣਾ ਬੜਾ ਔਖਾ ਹੈ। 184 ਭਰਮ ਤਿਆਂ ਦੁਰਲਭ ਜਨਮ ਪਾਏ ਹੋਏ। ਜਿਹਨੂੰ ਦੇਵਤਾ ਲੋਕ ਤਰਸਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ। ਕਹਿੰਦੇ ਸਾਨੂੰ ਮਿਲ ਜਾਵੇ ਦੇਹੀ, ਉਹਨਾਂ ਨੂੰ ਮਿਲੀ ਨਹੀਂ। ਹੁਣ ਮਿਲੀ ਆ ਫੇਰ ਕਦੋਂ ਦੁਬਾਰਾ ਕਦੋਂ ਪ੍ਰਾਪਤ ਹੋਊ? ਭਾਈ ਜੀ ਕਹਿ ਰਹੇ ਨੇ ਕਤ ਪੁਨ ਮਾਨਸ ਜਨਮ। ਜੇ ਮਿਲ ਵੀ ਗਈ ਕਤ ਸਾਧ ਸੰਗ, ਫਿਰ ਤੈਨੂੰ ਸੰਗਤ ਰੱਬ ਦੇ ਪਿਆਰਿਆਂ ਦੀ ਕਦੋਂ ਪ੍ਰਾਪਤ ਹੋਊਗੀ? ਇਹ ਤਾਂ ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਤ ਪੁਨ ਸਾਧ ਸੰਗ। ਤੇ ਅੱਗੇ ਫਿਰ ਭਾਈ ਜੀ ਸਾਨੂੰ ਰਾਏ ਦਿੰਦੇ ਨੇ, ਕਹਿੰਦੇ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ, ਜਦੋਂ ਵੀ ਸਮਾਂ ਤਾਂ ਮਿਲਣਾ ਨਹੀਂ, ਸਮਾਂ ਤਾਂ ਕੱਢਣਾ ਪੈਣਾ। ਜਦੋਂ ਵੀ ਪਤਾ ਲੱਗੇ ਵੀ ਕੀਰਤਨ ਹੋ ਰਿਹਾ, ਗੁਰੂ ਦਾ ਕੀਰਤਨ ਹੋ ਰਿਹਾ। ਕੀਰਤਨ ਦੀ ਮਹਾਨਤਾ ਦੱਸ ਰਹੇ ਸੀ ਨਾ ਗੁਰਮੁਖ ਪਿਆਰੇ। ਗੁਰੂ ਦਾ ਹਰੀ ਦਾ ਕੀਰਤਨ ਹੋ ਰਿਹਾ ਹੈ। ਹਰ ਕੀਰਤ ਦੁਨੀਆ ਦੀ ਨਾ ਹੋਵੇ, ਇਹਨੂੰ ਮਹਾਨਤਾ ਦਿੱਤੀ ਹੈ। ਹਰ ਕੀਰਤ ਸਾਧ ਸੰਗਤ ਸਿਰ ਕਰਮਨ ਕੇ ਕਰਮਾ। ਵੀ ਹਰੀ ਦੀ ਕੀਰਤੀ ਹੁੰਦੀ ਹੋਵੇ, ਗੁਰੂ ਦੀ ਕੀਰਤੀ ਹੁੰਦੀ ਹੋਵੇ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਨਿਸ ਦਿਨ ਸਮਾਂ ਕੀਰਤਨ ਚੱਲ ਜਾਈ ਹੈ। ਪਹੁੰਚ ਜੋ ਉੱਥੇ, ਲਾਹਾ ਹੀ ਲਾਹਾ ਹੈ। ਨਹੀਂ ਤਾਂ ਇੱਕ ਜਗ੍ਹਾ ਹੋਰ ਭਾਈ ਸਾਹਿਬ ਜੀ ਨੇ ਲਿਖਿਆ, ਉਹ ਕਹਿੰਦੇ ਕੱਪੜੇ ਨੂੰ ਸਾਬਣ ਨਾਲ ਲਾਈਏ ਮੈਲਾ ਹੋ ਜਾਇਆ ਕਰਦਾ। ਸਿਰ ਨੂੰ, ਵਾਲਾਂ ਨੂੰ, ਦਾੜੇ ਨੂੰ ਤੇਲ ਨਾ ਲਾਈਏ ਭਿਆਨਕ ਜਿਹਾ ਬਣ ਜਾਊਗਾ। ਸ਼ੀਸ਼ਾ ਉਹਨੂੰ ਸਾਫ਼ ਨਾ ਕਰੀਏ, ਚਿਹਰਾ ਵਧੀਆ ਨਹੀਂ ਦਿਸੂ, ਐਂ ਲੱਗੂ ਵੀ ਚਿਹਰੇ 'ਤੇ ਮਿੱਟੀ ਪਈ ਹੋਈ ਆ। ਔਰ ਸਾਧ ਸੰਗਤ ਬਾਰਿਸ਼ ਨਾ ਪਵੇ, ਧਾਨਾਂ ਦੀ ਖੇਤੀ ਪੂਰੀ ਫਲੀ ਭੂਤਰੀ ਹੋਊਗੀ। ਪੰਜਵੀਂ ਉਦਾਹਰਨ, ਦੀਵਾ ਨਾ ਹੋਵੇ ਘਰ ਦੇ ਵਿੱਚ, ਲਾਈਟ ਨਾ ਹੋਵੇ, ਜਿੰਨਾ ਮਰਜ਼ੀ ਸੋਹਣਾ ਘਰ ਹੋਵੇ, ਉਹ ਸਾਧ ਸੰਗਤ ਭਿਆਨਕ ਡਰਾਉਣਾ ਲੱਗੂਗਾ। ਦਾਲਾਂ ਸਬਜ਼ੀਆਂ ਜਿੰਨੀਆਂ ਮਰਜ਼ੀ ਮਹਿੰਗੀ ਤੋਂ ਮਹਿੰਗੀਆਂ, ਵਧੀਆ ਚੰਗਾ ਬਾਵਰਚੀ ਲਾਂਗਰੀ ਬਣਾਉਣ ਵਾਲਾ ਹੋਵੇ,
ਉਹ 'ਚ ਲੂਣ ਨਾ ਪਾਓ, ਘਿਓ ਨਾ ਪਾਓ, ਉਹ ਮਸਾਨ ਜ਼ਹਿਰ ਦੇ ਸਮਾਨ ਹੋਊਗੀ। ਇਸ ਤਰ੍ਹਾਂ ਸਾਧ ਸੰਗਤ ਤੋਂ ਬਗੈਰ ਸਾਧ ਸੰਗਤ ਮਨੁੱਖਾ ਜਨਮ ਵੀ ਵਿਅਰਥ ਹੈ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨਾ ਤੇਲ ਮੇਲੇ ਜੈਸੇ ਕੇਸ ਹੂੰ ਭਿਆਨ ਹੈ। जैसे बिन मांजे दर्पण जोतहीन होत, बरखा बिहून जैसे खेत में न धान है। जैसे बिन दीपक भवन अंधकार होत, अंधेरे अंधेरा है। लूण किरत बिना जैसे भोजन मसान है। तैसे बिन साध संग जन्म मरण दुख, डरिए जन्म मरण के दुख तो साध संगत। पता नहीं किन्ने क चक्कर लंबा कटते आए हाँ। माता कहने माता गऊ ਨੂੰ ਆਪਾਂ ਰੁਲਦੀਆਂ ਫਿਰਦੀਆਂ ਵਿਚਾਰੀਆਂ। ਆ ਬਿਮਾਰੀ ਜੀ ਇਹੋ ਜਿਹੀ ਚੱਲੀ ਸੀ, ਘਰਾਂ 'ਚ ਤਾਂ ਤੁਸੀਂ ਸੰਭਾਲ ਕਰ ਲਈਆਂ, ਅਵਾਰਾ ਫਿਰਦੀਆਂ, ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਮਰੀਆਂ ਹੋਈਆਂ ਗਊਆਂ ਦੀਆਂ ਸਿੱਟੀਆਂ ਗਈਆਂ ਕਰੰਗਾ ਹੇੜੀਆਂ ਦੇ ਵਿੱਚ। ਗੱਡੀ ਫੇਟ ਮਾਰ ਜਾਂਦੀ ਹੈ, ਵਿਚਾਰੀ ਤੜਫਦੀ ਰਹਿੰਦੀ ਹੈ। ਔਰ ਬਾਕੀ ਦੀਆਂ ਜੂਨੀਆਂ ਸੱਪ ਨਿਕਲਿਆ, ਕੋਈ ਦੇਖਣਾ ਨਹੀਂ ਸਿਖਾਉਂਦਾ, ਡਲੇ ਮਾਰ ਮਾਰ ਕੇ ਅਦਮ ਹੋਇਆ ਕਰ ਦਿੰਦੇ, ਕੀੜੇ ਚਿੰਬੜ ਜਾਂਦੇ ਨੇ, ਤੜਫੀ ਜਾਂਦਾ। ਹੋਰ ਕਿੰਨੀਆਂ ਜੂਨੀਆਂ ਨੇ, ਇਹਨਾਂ ਤੋਂ ਦੇਖ ਕੇ ਡਰੀ ਆ। ਉਹ ਮਨਾ ਤੂੰ ਇਹਨਾਂ ਤੋਂ ਤੁਰਦਾ ਪਹਿਲਾਂ ਫਿਰਦਾ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰਿਆਉਣ ਵਾਰੀ ਹੈ। ਜੇ ਸਮਾਥੋਂ ਖੁੰਝ ਗਿਆ ਆਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਦੁਬਾਰਾ ਸਮਾਂ ਨਹੀਂ ਮਿਲਣਾ, ਫਿਰ ਕਿਤੇ ਬੜਾ ਲੰਬਾ ਸਮਾਂ। ਇਸ ਕਰਕੇ ਦੂਜੇ ਤੇ ਤਰਸ ਬਾਅਦ 'ਚ ਕਰੀ, ਪਹਿਲਾਂ ਆਪਣੇ ਆਪ ਤੇ ਤਰਸ ਕਰ। ਸੋ ਭਾਈ ਸਾਹਿਬ ਜੀ ਕਹਿੰਦੇ ਨੇ ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੂਣ ਕਿਰਤ ਬਿਨਾ ਜੈਸੇ ਭੋਜਨ ਮਸਾਨ ਹੈ। ਸਮਾਨ ਵੀ ਲਿਖਿਆ ਹੋਇਆ ਉੱਤੇ, ਪਰ ਮੈਨੂੰ ਮਹਾਂਪੁਰਖ ਜਦੋਂ ਇਹਦੇ ਅਰਥ ਕਰਾਉਂਦੇ ਸੀ ਕਹਿੰਦੇ ਮਸਾਨ ਜ਼ਹਿਰ ਕਹਿੰਦੇ ਨੇ। ਮਸਾਨ ਖਿਲਾ ਦਿੰਦੇ ਕਈ ਵਾਰੀ ਸਾਧ ਸੰਗਤ, ਜ਼ਹਿਰ ਬਣ ਕੇ ਅੰਦਰ ਰਚ ਰਚ ਕੇ ਮਰ ਜਾਂਦਾ। ਕਹਿੰਦੇ ਲੂਣ ਕਿਰਤ ਤੋਂ ਬਗੈਰ ਭੋਜਨ ਵੀ ਜ਼ਹਿਰ ਦੇ ਸਮਾਨ ਹੈ। ਤੈਸੇ ਬਿਨ ਸਾਧ ਸੰਗ ਜਨਮ ਮਰਨ ਦੁੱਖ, ਸਾਧ ਸੰਗਤ ਤੋਂ ਬਗੈਰ ਜਨਮ ਮਰਨ ਦਾ ਦੁੱਖ ਚੱਲਦਾ ਰਹਿੰਦਾ, ਚੱਲਦਾ ਰਹਿੰਦਾ। ਮਿਟਤ ਨਾ ਭੈ ਭਰਮ ਬਿਨ ਗੁਰ ਗਿਆਨ ਹੈ। ਗੁਰੂ ਦੇ ਗਿਆਨ ਤੋਂ ਬਗੈਰ ਭੈ ਭਰਮ ਡਰ ਜਮਾਂ ਦਾ, ਔਰ ਭਰਮ ਬਈ ਮੈਂ ਜੀਵ ਹਾਂ, ਆਪਣੇ ਆਪ ਨੂੰ ਜੀਵ ਮੰਨੀ ਜਾਣਾ, 3.5 ਹੱਥ ਦਾ ਦੇਹ ਮੰਨੀ ਜਾਣਾ, ਇਹ ਭਰਮ ਮਿਟਦਾ ਨਹੀਂ ਹੈ। ਮਿਟਣਾ ਕਦੋਂ? ਸੰਗਤ ਵਿੱਚ ਆ ਕਰਕੇ। ਸੰਗਤ ਜਿਹੜੀ ਹੈ ਉਹ ਭਾਗਾਂ ਵਾਲੇ ਨੂੰ, ਨਹੀਂ ਤਾਂ ਮਹਾਰਾਜ ਨੇ ਕਿਹਾ ਸਤ ਸੰਗ ਨਹੀਂ ਮਿਲਦਾ ਭਾਗ ਬਿਨਾ। ਪੜੋ। ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, 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 ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ 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 ਸੰਗ ਨਹੀਂ ਮਿਲਦਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗਤ ਮਹਿਲ ਪਰੀਜੈ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ, ਇਹਨ ਸੰਗਤ ਮਹਿਲ ਪਰੀਜੈ, ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ, ਬਿਨ ਸੰਗਤ ਮਹਿਲ ਪਰੀਜੈ, ਸੰਗ ਨਹੀਂ ਮਿਲਦਾ ਭਾਗ ਬਿਨਾ, ਸਤ ਸੰਗ ਨਹੀਂ ਮਿਲਦਾ ਭਾਗ ਬਿਨਾ। ਬਗੈਰ ਸੰਗਤ ਤੋਂ ਭਾਈ ਸਾਹਿਬ ਜੀ ਦਾ ਹੀ ਕਥਨ ਹੈ, ਅੰਗ ਅੰਗ ਦੁਰਮਤ ਗਤ ਪ੍ਰਗਟਾਏ ਜੀ। ਇੱਕ ਇੱਕ ਅੰਗ ਦੇ ਵਿੱਚ ਖੋਟੀ ਮੱਤ ਪੈਦਾ ਹੋ ਸੰਗਤ ਤੋਂ ਬਗੈਰ। ਅੱਖਾਂ ਵਿੱਚ ਖੋਟੀ ਮੱਤ, ਕੰਨਾਂ ਵਿੱਚ ਖੋਟੀ ਮੱਤ, ਮੂੰਹ ਵਿੱਚ ਖੋਟੀ ਮੱਤ, ਸਾਧ ਸੰਗਤ ਪੈਰ ਖੋਟੇ ਪਾਸੇ ਜਾਣਗੇ, ਹੱਥ ਖੋਟਾ ਕੰਮ ਕਰਨਗੇ। ਇਸ ਕਰਕੇ ਆਓ ਸੰਗਤ ਵਿੱਚ ਮੇਰੇ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ। ਜਿਹੜਾ ਸੰਗਤ ਮਿਲ ਗਿਆ ਤਰ ਗਿਆ ਹੈ। ਗੁਰੂ ਬਾਬੇ ਦੀ ਬਾਣੀ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰਨ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਗੁਰੂ ਨਾਨਕ ਦੇਵ ਜੀ ਬੈਠੇ ਜੰਗਲ ਦੇ ਵਿੱਚ, ਭਾਈ ਬਾਲਾ ਜੀ ਚੌਰ ਸਾਹਿਬ ਕਰ ਰਹੇ ਹੈ।
ਭਾਈ ਮਰਦਾਨਾ ਜੀ ਰਬਾਬ ਲੈ ਕੇ ਬੈਠੇ ਆ। ਮਰਦਾਨਾ ਜੀ ਰਬਾਬ ਵਜਾਓ, ਰਬਾਬ ਛੇੜੀ, ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਵਡਿਆਈ ਕੀਤੀ ਗੁਰੂ ਨਾਨਕ ਦੇਵ ਜੀ ਨੇ। ਇਹੀ ਕਿਹਾ ਸੀ ਮਰਦਾਨੇ ਨੂੰ, ਮਰਦਾਨਿਆ ਤੇਰੀ ਰਬਾਬ ਨਿਰੰਕਾਰ ਦੀ ਵਡਿਆਈ ਕਰੇ। ਆਵਾਜ਼ ਆਈ ਹੈ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ। ਭਈ ਆਵਾਜ਼ ਤੂੰ ਹੀ ਨਿਰੰਕਾਰਾ। ਕਵੀ ਰਾਜ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਦੀ ਰਚਨਾ ਉਸ ਸਮੇਂ ਦੀ ਆਵਾਜ਼ ਆਈ ਆ ਉਹਦੇ ਵਿੱਚੋਂ, ਭਈ ਆਵਾਜ਼ ਤੂੰ ਹੀ ਨਿਰੰਕਾਰਾ, ਨਿਰੰਕਾਰ ਕਰਤਾਰਾ। ਨਿੰਦਿਆ ਕਰਨ ਸਾਸੰਗ ਕਿਸੇ ਦੀ ਵੀ ਉਹ ਚੰਗੀ ਨਹੀਂ ਹੈ। ਪਰ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਨਹੀਂ ਵੱਜੀ ਕਿਸੇ ਤੋਂ। ਕਹਿੰਦੇ ਆ ਕ੍ਰਿਸ਼ਨ ਜੀ ਮੁਰਲੀ ਵਜਾ ਕੇ, ਔਰ ਰਾੜਾ ਸਾਹਿਬ ਵਾਲੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਈਸਰ ਸਿੰਘ ਮਹਾਰਾਜ ਜੀ ਬਾਜਾ ਵਜਾ ਕੇ, ਉਹ ਬਾਜਾ ਨਹੀਂ ਵੱਜਿਆ ਕਿਸੇ ਤੋਂ। ਮੈਂ ਫਿਰ ਮਾਫੀ ਮੰਗਦਾ ਵੀ ਪਰੇ ਤੋਂ ਪਰੇ ਕੀਰਤਨੀਏ, ਭਲੋ ਭਲੋ ਰੇ ਕੀਰਤਨੀਆ। ਆਵਾਜ਼ ਆਈ, ਭਈ ਆਵਾਜ਼ ਤੂੰ ਹੀ ਨਿਰੰਕਾਰਾ, ਨਿਰੰਕਾਰ ਕਰਤਾਰਾ। ਤੇ ਪਾਛੇ ਸ੍ਰੀ ਨਾਨਕ ਬਿਨਤੀ ਹੋਵੇ ਤਾਰ ਮਝਾਰਾ। ਤਰਵਰ ਤੇ ਰਸ ਨਿਚਰਨ ਲਾਗਾ, ਬਿਸਰਾ ਸਭਨਾ ਪਾਨਾ। ਦਰਖਤਾਂ 'ਚੋਂ ਵੀ ਰਸ ਚੋਣ ਲੱਗ ਗਿਆ। ਮਹਾਰਾਜ ਜੀ ਦੀ ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਇੱਧਰ ਉੱਧਰ ਫਿਰ ਰਹੇ ਨੇ। ਕੀ ਦੇਖਿਆ, ਇੱਕ ਮੁਰਦਾ ਸਰੀਰ ਪਿਆ ਹੋਇਆ ਹੈ। ਬਘਿਆੜ ਆਇਆ ਖਾਣ ਵਾਸਤੇ, ਨੇੜੇ ਆ ਕੇ ਸੁੰਘ ਕੇ ਮੁੜ ਗਿਆ। ਥੋੜ੍ਹੇ ਸਮੇਂ ਬਾਅਦ ਫੇਰ ਆਇਆ, ਪੈਰ ਸੁੰਘੇ, ਲੱਤਾਂ ਸੁੰਘੀਆਂ, ਪੇਟ ਸੁੰਘਿਆ, ਮੱਥਾ ਸੁੰਘਿਆ, ਛਾਤੀ ਸੁੰਘੀ, ਹੱਥ ਬਾਹਾਂ ਸੁੰਘੀਆਂ, ਖਾਧਾ ਨਹੀਂ, ਮੁੜ ਗਿਆ। ਦੂਰ ਜਾ ਕੇ ਬੈਠ ਗਿਆ। ਮਹਾਰਾਜ ਜੀ ਦੀ ਸਮਾਧੀ ਖੁੱਲੀ। ਕੀ ਗੱਲ ਮਰਦਾਨਾ ਜੀ, ਸੰਸ਼ੇ ਜਿਹੇ 'ਚ ਬੈਠੇ ਲੱਗਦੇ ਹੋ, ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਸੰਸ਼ਾ ਕੋਈ। ਇਹ ਤਾਂ ਸੰਸਾਰ ਹੀ ਸੰਸਾ ਹੈ। ਸੰਸਾ ਲੱਗ ਰਿਹਾ ਕੋਈ। ਕਹਿੰਦੇ ਮਹਾਰਾਜ ਗੱਲ ਹੀ ਸੰਸ਼ੇ ਵਾਲੀ ਹੋ ਗਈ, ਦੱਸੋ ਕੀ ਗੱਲ ਹੈ। ਉਹ ਸਾਹਮਣੇ ਕੋਈ ਮੁਰਦਾ ਸਰੀਰ, ਪਤਾ ਨਹੀਂ ਕਾਰਨ ਕੀ, ਇੱਥੇ ਕੋਈ ਛੱਡ ਗਿਆ। ਮੁਰਦਾ ਸਰੀਰ ਪਿਆ, ਲਾਵਾਰਸ ਲਾਸ਼ ਪਈ ਹੈ। ਬਘਿਆੜ ਆਇਆ ਸੀ, ਉਹਦਾ ਖਾਜਾ ਹੈ ਮਾਸ, ਖਾਧਾ ਨਹੀਂ। ਦੁਬਾਰਾ ਆਇਆ, ਪੈਰ ਸੁੰਘੇ, ਲੱਤਾਂ ਬਾਹਾਂ ਹੱਥ ਪੇਟ ਛਾਤੀ ਮੱਥਾ ਸਿਰ ਅੱਖਾਂ ਮੂੰਹ ਸਾਰਾ ਸਰੀਰ ਸੁੰਘਿਆ, ਪਰ ਖਾਧਾ ਫੇਰ ਨਹੀਂ, ਮੁੜ ਗਿਆ। ਮਹਾਰਾਜ ਹੁਣ ਦੱਸੋ ਸੰਸਾ ਕਰਾਂ ਕਿ ਨਾ ਕਰਾਂ। ਮਹਾਰਾਜ ਜੀ ਕਹਿੰਦੇ ਕਿਹੜਾ ਦੂਰ ਹੈ, ਕੋਲ ਹੀ ਹੈ, ਬੁਲਾ ਲੈ। ਮਹਾਰਾਜ ਇਹ ਕਿਵੇਂ ਆ ਜਾਊਗਾ, ਇਹ ਬੋਲ ਕੇ ਕੀ ਦੱਸੋ। ਮਹਾਰਾਜ ਜੀ ਕਹਿੰਦੇ ਬੋਲ ਪੈਂਦੇ ਨੇ। ਬੁਲਾ ਕੇ ਦੇਖ ਲੈ, ਦੋ ਰਿਆਂ ਨੇ ਇਤਿਹਾਸਕਾਰਾਂ ਦੀਆਂ। ਗੁਰੂ ਮਹਾਰਾਜ ਦਰਸ਼ਨ ਕਰਕੇ ਸਰੀਰ ਦਾ ਤਿਆਗ ਕਰਕੇ ਦੇਵਤਾ ਸਰੂਪ ਮਿਲਿਆ। ਔਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਬਘਿਆੜ ਜਦੋਂ ਉਹਨੂੰ ਪੁੱਛਿਆ ਵੀ ਕੀ ਗੱਲ ਤੇਰਾ ਖਾਜਾ ਸੀ, ਤੂੰ ਖਾਧਾ ਕਿਉਂ ਨਹੀਂ, ਉਸ ਸਮੇਂ ਉਹਨੇ ਦੱਸਣਾ ਕਰਿਆ। ਕਹਿੰਦਾ ਭਾਈ ਮਰਦਾਨਾ ਜੀ ਭਾਵੇਂ ਦੇਵਤਾ ਸਰੂਪ ਦੱਸ ਰਿਹਾ, ਭਾਵੇਂ ਬਘਿਆੜ ਦੱਸ ਰਿਹਾ, ਸ਼ੰਕਾ ਨਹੀਂ ਕਰਨਾ, ਤਰਕ ਨਾ ਚਾਹ। ਗੁਰੂ ਤੇ ਤਰਕ ਨਹੀਂ। ਗੁਰੂ ਸਾਧ ਸੰਗਤ ਉਹ ਤਾਂ ਮਿਰਤਕ ਕੋ ਪਾਇਓ ਤਨ ਸਾਸਾ। ਮੁਰਦਿਆਂ ਦੇ ਸਵਾਸ ਪਾਉਣ ਵਾਲੇ ਆਪਣੇ ਨੇੜੇ ਹੀ ਹੈ। ਨਾਰੀ ਤੇ ਜੋ ਪੁਰਖ ਕਰਾਵੇ ਸਿਧਾਣਾ ਸਾਹਿਬ, ਪੁਰਖਨ ਤੇ ਜੋ ਨਾਰੀ, ਕੁਝ ਵੀ ਕਰ ਸਕਦਾ ਹੈ। ਕਲਯੁਗ ਨੂੰ ਇਹ ਗੱਲ ਵੀ ਕਹੀ ਸੀ। ਮਹਾਰਾਜ ਜੀ ਕਹਿੰਦੇ ਮੋਰ ਬਚਨ ਪਰ ਨਿਸ਼ਚਾ ਜਿਨ ਕੋ ਕਲਯੁਗ ਤਬ ਛਾਇਆ ਨਾ ਵਰਤੈ ਤਿਨ ਕੋ। ਜਿਨ੍ਹਾਂ ਨੂੰ ਮੇਰੇ ਬਚਨਾਂ ਤੇ ਭਰੋਸਾ, ਤੇਰੀ ਛਾਂਵ ਨਾ ਪੈ ਜਾਵੇ। ਹਾਂ ਭਾਈ ਕਿਉਂ ਨਹੀਂ ਖਾਧਾ ਇਹ ਮਾਸ ਤੂੰ। ਉਸ ਸਮੇਂ ਉਹਨੇ ਦੱਸਿਆ। ਫਿਰ ਕਹਿੰਦਾ ਸੁਨ ਮਰਦਾਨਾ ਸ਼ਬਦ ਜੋ ਗਾਇਓ, ਜਾ ਤੇਰੇ ਦਾ ਸੁਧ ਹੋਏ ਆਇਓ। ਗੁਰਬਾਣੀ ਜਿਹੜੀ ਸਾਧ ਸੰਗਤ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਾਇਆ ਉਹਦੀ ਮੈਲ ਦੂਰ ਹੋ ਜਾਂਦੀ ਹੈ, ਐਵੇਂ ਸਾਡੇ ਮੈਲੇ ਹਿਰਦਿਆਂ ਨੂੰ ਧੋਣ ਵਾਲੀ ਹੈ। ਜਦੋਂ ਬਾਰ-ਬਾਰ ਗੁਰਬਾਣੀ ਦਾ ਰਟਨ ਕਰਾਂਗੇ, ਬਾਰ-ਬਾਰ ਗੁਰਬਾਣੀ ਪੜ੍ਹਾਂਗੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦਾ ਸਾਬਣ, ਬਾਰ-ਬਾਰ ਗੁਰਬਾਣੀ ਸਾਨੂੰ ਨਾਮ ਵੱਲ ਨੂੰ ਪ੍ਰੇਰਦੀ।
ਸੁਨ ਮਰਦਾਨਾ ਸ਼ਬਦ ਜੋ ਗਾਇਓ, ਤੁਸੀਂ ਗੁਰਬਾਣੀ ਦਾ ਸ਼ਬਦ ਗਾਇਆ। ਹੁਣ ਉਹਦੇ ਕਿਹੜਾ ਸਮਝ ਆਇਆ ਸੀ, ਤਸੀਰ ਹੀ ਇੰਨੀ ਹੈ ਗੁਰਬਾਣੀ ਦੇ ਵਿੱਚ, ਬਹੁਤ ਉਦਾਹਰਨਾਂ ਪਈਆਂ ਨੇ। ਜਾਂ ਤੇ ਹਿਰਦਾ ਸ਼ੁੱਧ ਹੋਏ ਆਇਓ, ਹਿਰਦਾ ਸ਼ੁੱਧ ਹੋ ਗਿਆ ਮੇਰਾ। ਭੱਖ ਅਭੱਖ ਲਖਿਓ ਆਹਾਰਾ, ਆਹਾਰ ਖਾਣ ਵਾਲਾ ਕਿ ਨਹੀਂ ਖਾਣ ਵਾਲਾ। ਪਾਪ ਪੁੰਨ ਕੋ ਭਇਓ ਵਿਚਾਰਾ, ਪਾਪ ਪੁੰਨ ਦੀ ਵਿਚਾਰ ਹੋ ਗਈ ਮੈਨੂੰ ਵੀ ਆਹ ਪਾਪ ਹੈ, ਆਹ ਪੁੰਨ ਹੈ। ਪਾਪੀ ਪੁਰਸ਼ ਦਾ ਮਾਸ ਖਾ ਕੇ ਮੈਨੂੰ ਇਹ ਵਿਚਾਰ ਹੋ ਗਈ, ਪਾਪੀ ਪੁਰਸ਼ ਦਾ ਮਾਸ ਖਾ ਕੇ ਅੱਗੇ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਕਰਕੇ ਬਘਿਆੜ ਜੁਨੀ ਪ੍ਰਾਪਤ ਹੋਈ, ਹੁਣ ਕੋਈ ਨਵਾਂ ਨਰਕ ਮਿਲੂਗਾ ਪਾਪੀ ਦਾ ਮਾਸ ਖਾ ਕੇ। ਇਹ ਵਿਚਾਰ ਪ੍ਰਾਪਤ ਹੋ ਗਈ, ਸੋਝੀ ਹੋ ਗਈ ਇੱਕ ਗੁਰਬਾਣੀ ਸੁਣਨ ਦੇ ਨਾਲ। ਭਾਈ ਮਹਾਰਾਜ ਜੀ ਬਾਰ-ਬਾਰ ਸਾਨੂੰ ਤਾਕੀਦ ਕਰਦੇ ਨੇ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਹਰ ਰੋਜ਼ ਹੀ ਗਾਓ, ਹਰ ਰੋਜ਼ ਹੀ ਪੜ੍ਹੋ। ਭਾਈ ਗੁਰਦਾਸ ਜੀ ਨੇ ਕਿਹਾ ਗਾਏ ਬੋ ਬਜਾਏ ਬੋ ਸੋ, ਗਾਏ ਬੋ ਸੁਣਾਏ ਬੋ ਸੋ ਸ਼ਬਦ ਸੰਗਤ ਮੈਂ। ਇੱਕ ਜਗ੍ਹਾ ਤਾਂ ਭਾਈ ਸਾਹਿਬ ਜੀ ਨੇ ਖੰਡਨ ਕਰਿਆ ਜਿਹੜਾ ਚਤਰਾਈ ਵਾਲਾ ਗਾਉਣਾ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸਹੀਨ ਧ੍ਰਿਗ ਚਤਰਾਈ ਕੈ। ਉਹਨੂੰ ਸਾਧ ਸੰਗਤ ਬੇਕਾਰ ਦੱਸਿਆ, ਪਰ ਬਈ ਜੇ ਗੁਰੂ ਦੀ ਵਡਿਆਈ ਗੁਰੂ ਨਾਲ ਜੋੜਨ ਵਾਲੀ ਗੱਲ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਗਾਏ ਵੋ ਸੁਣਾਏ ਵੋ ਸੋ ਸ਼ਬਦ ਸੰਗਤ ਮੈਂ, ਮਾਨੋ ਦਾਨ ਕੁਰਖੇਤਰ ਪਾਪ ਮੂਲ ਕੰਦ ਹੈ। ਮਾਨੋ ਕੁਰਸ਼ੇਤਰ ਦੀ ਧਰਤੀ ਤੇ ਜਾ ਕੇ ਦਾਨ ਕਰ ਲਿਆ, ਮਾਨੋ ਸ਼ਬਦ ਸੰਗਤ ਦੇ ਵਿੱਚ ਆ ਕਰਕੇ ਗੁਰੂ ਦਾ ਕੋਈ ਸ਼ਬਦ ਸੁਣਾ ਦਿੱਤਾ, ਸੰਗਤਾਂ ਨੂੰ ਗਾ ਕੇ ਸੁਣਾ ਦਿੱਤਾ, ਬੋਲ ਕੇ ਕਥਾ ਕਰਕੇ ਸੁਣਾ ਦਿੱਤਾ, ਕਿਉਂਕਿ ਉਸ ਸ਼ਬਦ ਨੇ ਬੇੜੇ ਪਾਰ ਕਰ ਦੇਣੇ ਨੇ। ਏਕ ਅੱਖਰ ਹਰ ਮਨ ਵਸਤ, ਪੜ੍ਹਿਓ ਪਿਆਰ ਨਾਲ। ਨਾਨਕ ਹੋਤ ਨਿਹਾਲ ਅੱਖਰ ਜਿਨ੍ਹਾਂ ਦੇ ਮਨ ਵਸਿਆ। ਏਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਤਿਨਾਂ ਦੇ ਬੇੜੇ ਪਾਰ ਹੋ ਗਏ ਨੇ। ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਵਸਿਆ, ਜੀਵਨ ਨਿਹਾਲ ਹੋ ਗਿਆ। ਏਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ। ਅੱਖਰ ਜਿਨ੍ਹਾਂ ਦੇ ਮਨ ਵਸਿਆ, ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ। ਇੱਕ ਵੀ ਅੱਖਰ ਵੀ ਮਨ ਵਿੱਚ ਵਸ ਗਿਆ, ਇੱਕ ਅੱਖਰ ਹੀ ਰਾਮ ਕੇ ਰਾਮ ਬੋਲ, ਇੱਕੋ ਹੀ ਅੱਖਰ ਵਸ ਗਿਆ ਹਿਰਦੇ ਦੇ ਵਿੱਚ। ਇਸ ਕਰਕੇ ਭਾਈ ਸਾਹਿਬ ਜੀ ਨੇ ਇੰਨਾ ਮਹਾਤਮ ਦੱਸਿਆ। ਦਰਖਤ ਨੂੰ ਵੱਢ ਦਿੰਦੇ ਆ ਫੇਰ ਹਰਾ ਹੋ ਜਾਂਦਾ, ਫੇਰ ਵੱਢਦੇ ਆ ਫੇਰ ਹਰਾ ਹੋ ਜਾਂਦਾ, ਫਿਰ ਆਪਾਂ ਕਹਿੰਦੇ ਆ ਵੀ ਇਹਦੀਆਂ ਜੜ੍ਹਾਂ ਵੱਢੋ, ਬਾਰ-ਬਾਰ ਹਰਾ ਹੋਈ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਵੱਡੇ ਵੱਡੇ ਪਾਪਾਂ ਨੂੰ ਜੜ੍ਹਾਂ ਤੋਂ ਕੱਟਦਾ ਜਿਹੜਾ ਸ਼ਬਦ ਗੁਰੂ ਦਾ ਹੈ। ਗਾਏ ਬੋ ਸੁਣਾਏ ਬੋ ਸੋ ਸ਼ਬਦ ਸੰਗਤ ਮੈਂ, ਮਾਨੋ ਦਾਨ ਕੁਰਖੇਤਰ, ਕੁਰਸ਼ੇਤਰ ਦੀ ਧਰਤੀ ਦੇ ਮਨ ਨੂੰ ਦਾਨ ਕਰ ਦਿੱਤਾ। ਪਾਪ ਮੂਲ ਕੰਦ ਹੈ, ਕੰਦ ਹੁੰਦਾ ਕੱਟਣਾ, ਪਾਪਾਂ ਨੂੰ ਮੂਲ ਜੜ ਤੋਂ ਕੱਟਦਾ ਇਸ ਗੁਰੂ ਦਾ ਸ਼ਬਦ ਜਿਹੜਾ ਹੈ। ਸਾਧ ਸੰਗਤ ਸੁਨ ਮਰਦਾਨਾ ਸ਼ਬਦ ਜੋ ਗਾਇਓ, ਜਾ ਤੇ ਹਿਰਦਾ ਸ਼ੁੱਧ ਹੋਏ ਆਇਓ। ਪਾਪ ਪੁੰਨ ਕੋ ਭਇਓ ਵਿਚਾਰਾ, ਭੱਖ ਅਭੱਖ ਲਖਿਓ ਆਹਾਰਾ। ਪਾਪ ਪੁੰਨ ਦੀ ਵਿਚਾਰ ਹੋ ਗਈ, ਕੀ ਖਾਣਾ ਕੀ ਨਹੀਂ ਖਾਣਾ ਮੈਨੂੰ ਪਤਾ ਲੱਗ ਗਿਆ ਵੀ ਇਹਦਾ ਮਾਸ ਖਾ ਕੇ ਨਵਾਂ ਨਰਕ ਮਿਲੂਗਾ ਕੋਈ।
ਔਰ ਮੈਨੂੰ ਇਹ ਪਤਾ ਲੱਗ ਗਿਆ ਤੁਸੀਂ ਜਿਹੜਾ ਸ਼ਬਦ ਗਾਇਆ, ਗੁਰੂ ਨਾਨਕ ਦੇਵ ਜੀ ਨੇ ਸ਼ਬਦ ਗਾਇਆ ਜਿਹੜਾ, ਉਹ ਸ਼ਬਦ ਸੁਣ ਕੇ ਮੈਨੂੰ ਸੋਝੀ ਹੋ ਗਈ, ਜਿਹੜਾ ਮੁਰਦਾ ਪਿਆ ਮਿਰਤਕ ਬੇਮੁਖ ਨਾਮ ਤੇ ਨਾ ਕੀਨੋ ਸਤ ਸੰਗ। ਹੁਣ ਸੁਣਿਓ ਜਰਾ, ਸੰਗਤ ਦਾ ਮਾਤਮ ਕਿੱਡਾ ਕੁ ਹੈ। ਜਿਹੜੇ ਨਹੀਂ ਸਤਸੰਗ ਦੇ ਵਿੱਚ ਆਏ ਉਹਨਾਂ ਨੂੰ ਸਾਧ ਸੰਗਤ ਕਿਹੋ ਜਿਹੀਆਂ ਪਦਵੀਆਂ ਮਿਲਦੀਆਂ ਨੇ। ਮਿਰਤਕ ਬੇਮੁਖ ਨਾਮ ਤੇ ਨਾ ਕੀਨੋ ਸਤ ਸੰਗ, ਆਂਖ ਨਾ ਦਰਸਿਓ ਸੰਤ ਕਬ, ਲੱਗੋ ਨਾ ਹਰ ਕੋ ਰੰਗ। ਅੱਖਾਂ ਨਾਲ ਕਦੇ ਗੁਰੂ ਪਿਆਰਿਆਂ ਦੇ, ਗੁਰੂ ਦੀਆਂ ਸੰਗਤਾਂ ਦੇ, ਸੰਤਾਂ ਮਹਾਂਪੁਰਖਾਂ ਦੇ, ਨਾਮ ਜਪਣ ਵਾਲਿਆਂ ਦੇ ਦਰਸ਼ਨ ਨਹੀਂ ਕੀਤੇ। ਮਾੜੀ ਨਿਗਾਹ ਨਾਲ ਤਾਂ ਦੇਖਦਾ ਰਿਹਾ। ਜੈਸੇ ਪਰਦਾਰਾ ਕੋ ਦਰਸ ਦ੍ਰਿਗ ਦੇਖਿਓ ਚਾਹੈ, ਤੈਸੇ ਗੁਰ ਦਰਸ਼ਨ ਦੇਖਤਾ ਨਾ ਚਾਹ ਕੈ। ਭੈੜੀ ਨਿਗਾਹ ਨਾਲ ਅੱਖਾਂ ਦੇਖਦੀਆਂ ਨੇ, ਪਰ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਇਹਨਾਂ ਅੱਖਾਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ। ਜੈਸੇ ਪਰਨਿੰਦਾ ਸੁਣੈ ਸੁਰਤ ਸਾਵਧਾਨ ਕੈ, ਬੈਠ ਜਾ ਵੀ ਬੈਠ ਜਾ, ਪਿੱਛੋਂ ਸੰਗਤਾਂ ਦਰਸ਼ਨ ਹੋਣ ਦੇ, ਠੀਕ ਕਰਕੇ ਬੈਠ ਜਾ। ਨਿੰਦਿਆ ਚੁਗਲੀ ਹੁੰਦੀ ਹੋਵੇ, ਸਾਸ ਐਨ ਸਾਵਧਾਨ, ਸਾਰੀ ਰਾਤ ਕਰੀ ਜਾਵਾਂਗੇ, ਕੱਚ ਵਿੱਚ ਬੋਲੀ ਜਾਵਾਂਗੇ। ਤੈਸੇ ਗੁਰ ਸ਼ਬਦ ਸੁਣੈ ਨਾ ਉਤਸਾਹਕ ਹੈ, ਗੁਰੂ ਦਾ ਸਾਧ ਉਤਸਾਹ ਨਾਲ ਕਿਉਂ ਨਹੀਂ ਸੁਣਦਾ। ਤੋ ਇਸ ਕਰਕੇ ਉਹ ਕਹਿ ਰਿਹਾ, ਇਹ ਜਿਹੜਾ ਮੁਰਦਾ ਸਰੀਰ ਪਿਆ ਹੋਇਆ ਨੇ ਕਦੇ ਸਤਸੰਗ ਨਹੀਂ ਕਰਿਆ, ਅੱਖਾਂ ਨਾਲ ਕਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਨਹੀਂ ਕੀਤੇ। ਨੈਣ ਨਾ ਦੇਖੈ ਸਾਧ, ਸੇ ਨੈਣ ਬਹਾਲਿਆ। ਅੱਖਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਗੁਰੂ ਦੇ, ਗੁਰੂ ਪਿਆਰਿਆਂ ਦੇ, ਗੁਰਬਾਣੀ ਦੇ ਦਰਸ਼ਨ ਨਹੀਂ ਹੁੰਦੇ। ਉਹ ਵੀ ਭਲੇ ਵਾਸਤੇ, ਵੀ ਮਾੜੀ ਨਿਗਾਹ ਨਾਲ ਦੇਖੂ ਨਰਕ ਸੇੜੂਗਾ ਨਵੇਂ। ਇਦੂ ਬੰਦੇ ਹੀ ਕਰ ਦੋ, ਜਿਹੜੇ ਕੰਮ ਵਾਸਤੇ ਦਿੱਤੀਆਂ ਸੀ ਅੱਖਾਂ, ਉਹ ਕੰਮ ਤਾਂ ਲਿਆ ਕੋਈ ਨਹੀਂ। ਰਸਨਾ ਜਪੇ ਨਾ ਨਾਮ, ਜਿਹੜੀ ਜ਼ੁਬਾਨ ਨਾਮ ਨਹੀਂ ਜਪਦੀ। ਮਹਾਂਪੁਰਖ ਦਾ ਕਹਿੰਦੇ ਸੀ ਵੀ ਡੱਡੂ ਦੀ ਜ਼ੁਬਾਨ ਚੰਗੀ ਆ, ਗੜੈਂ ਗੜੈਂ ਕਰਦੀ ਹੈ। ਕਈਆਂ ਦੀ ਬਿਰਤੀ ਜੁੜ ਜਾਂਦੀ ਹੈ ਉਹ ਗੜੈਂ ਗੜੈਂ ਦੇ ਨਾਲ। ਉਹ ਕਹਿੰਦੇ ਨੇ ਜੋ ਬੋਲਤਾ ਹੈ ਮਿਰਗ ਮੀਨ ਪੰਕੇ ਰੂ ਸੁਬਨ ਹਰ ਜਾਪਦਾ ਹੈ ਨਹੀਂ ਹੋਰ, ਉਹ ਚੰਗੀ ਆ ਜ਼ੁਬਾਨ। ਇਸ ਕਰਕੇ ਜਿਹੜੀ ਜ਼ੁਬਾਨ ਨਾਲ ਨਾਮ ਨਹੀਂ ਜਪਿਆ ਜਾਂਦਾ, ਗੁਰਬਾਣੀ ਨਹੀਂ ਪੜ੍ਹੀ ਜਾਂਦੀ, ਗੁਰੂ ਜਸ ਹਰੀ ਜਸ ਨਹੀਂ ਕੀਤਾ ਜਾਂਦਾ। ਜੇ ਤੂੰ ਨਾਮ ਨਾ ਜਪੇਂਗੀ ਜੀਭਾ ਮੇਰੀਏ ਤਿਲੋ ਤਿਲ, ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲੋ ਤਿਲ ਕਟੀ ਜਾਵੇਂਗੀ। ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲੋ ਤਿਲ ਕਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਵਾ ਮੇਰੀਏ, ਤਿਲੋ ਤਿਲ ਕੱਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਵਾ ਮੇਰੀ, ਤਿਲੋ ਤਿਲ ਕੱਟੀ ਜਾਵੇਂਗੀ। ਨਾਮ ਨਾ ਜਪੇਂਗੀ ਜੀਵਾ ਮੇਰੀਏ, ਤਿਲੋ ਤਿਲ ਕੱਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਵਾ ਮੇਰੀ, ਤਿਲੋ ਤਿਲ ਕੱਟੀ ਜਾਵੇਂਗੀ। ਤਿਲੋ ਤਿਲ ਜੀ ਕੱਟੀ ਜਾਵੇਂਗੀ। ਪਿਆਰ ਤਿਲੋ ਤਿਲ ਜੀ ਕੱਟੀ ਜਾਵੇਂਗੀ। ਤਿਲੋ ਤਿਲ ਜੀ ਹਾਂ ਕੱਟੀ ਜਾਵੇਂਗੀ। ਤਿਲੋ ਤਿਲ ਜੀ ਹੋ ਕੱਟੀ ਜਾਵੇਂਗੀ। ਤਿਲੋ ਤਿਲ ਜੀ ਹਾਂ ਕੱਟੀ ਜਾਵੇਂਗੀ। ਤਿਲੋ ਤਿਲ ਜੀ ਕੱਟੀ ਜਾਵੇਂਗੀ। ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲੋ ਤਿਲ ਕੱਟੀ ਜਾਵੇਂਗੀ। ਨਾਮ ਨਾ ਜਪੇਂਗੀ ਜੇਬਾ ਮੇਰੀਏ, ਤਿਲੋ ਤਿਲ ਕੱਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਵਾ ਮੇਰੀਏ, ਤਿਲੋ ਤਿਲ ਕੱਟੀ ਜਾਵੇਂਗੀ। ਜੇ ਤੂੰ ਨਾਮ ਨਾ ਜਪੇਂਗੀ ਜੀਵਾ
ਮੇਰੀਏ ਦਿਲੋਂ ਦਿਲ ਕੱਟੀ ਜਾਏਗੀ। ਨਾਮ ਨਾ ਜਪੇਂਗੀ ਜੀਵਾ ਮੇਰੀਏ ਦਿਲੋਂ ਦਿਲ ਕੱਟੀ ਜਾਵੇਂਗੀ। ਮੇਰੀ ਜੀਵਾ ਮੇਰੀਏ ਦਿਲੋਂ ਦਿਲ ਕੱਟੀ ਜਾਵੇਂਗੀ। ਸੋ ਵਿਗਿਆੜ ਇਹ ਗੱਲ ਕਹਿ ਰਿਹਾ ਹੈ, ਆਂਖ ਨਾ ਦਰਸਿਓ ਸੰਤ ਕਬ ਨਾ ਕੀਨੋ ਸਤ ਸੰਗ, ਹਸਤਨ ਸੋ ਕਬ ਟਹਿਲ ਨਾ ਕੀਨੀ। ਦੇਖੋ ਮਹਾਰਾਜ ਨੇ ਕਿੰਨਾ ਸੌਖਾ ਮਾਰਗ ਦੱਸਿਆ। ਤਪੇ ਬਰਖ ਇੱਕ ਦਿਨ ਕੀ ਸੇਵਾ, ਤਉ ਨਾ ਪੁਜੈ ਸੁਖ ਚਿਤ ਕੈ ਏਵਾ। ਸੇਵਾ ਸਾਨੂੰ ਮਹਾਨ ਫਲ ਇਹਦਾ ਦੱਸਿਆ। ਸੋ ਬਘਿਆੜ ਕਹਿੰਦਾ ਹੱਥਾਂ ਨਾਲ ਇਹਨੇ ਕਦੇ ਸੰਗਤਾਂ ਦੀ, ਗੁਰੂ ਪਿਆਰਿਆਂ ਦੀ ਸੇਵਾ ਨਹੀਂ ਕੀਤੀ। ਹਸਤਨ ਸੋ ਕਬ ਟਹਿਲ ਨਾ ਕੀਨੀ, ਹਰ ਜਸ ਸਰਵਨ ਧੁਨ ਨਾ ਦੀਨੀ। ਸਰਵਨ ਕੰਨਾਂ 'ਚ ਹਰੀ ਦੇ ਜਸ ਦੀ ਧੁਨੀ ਨਹੀਂ ਵੜਨ ਦਿੱਤੀ, ਗੁਰਬਾਣੀ ਨਹੀਂ ਕਦੇ ਕੰਨਾਂ 'ਚ ਗਈ। ਹੋਰ ਨਿੰਦਿਆ ਚੁਗਲੀ ਬਹੁਤ ਕੁਝ ਗਿਆ। ਚਰਨ ਨਾ ਕਬ ਸਤ ਸੰਗਤ ਵੱਲ ਧਾਇਓ, ਚਰਨ ਸੰਗਤ ਵੱਲ ਧਾ ਕੇ ਨਹੀਂ ਗਏ, ਭੱਜ ਕੇ ਨਹੀਂ ਗਏ ਕਦੇ। ਗਲਤ ਜਗ੍ਹਾ ਬਥੇਰਾ ਜਾਂਦੇ ਰਹੇ ਨੇ। ਚਰਨ ਨਾ ਕਬ ਸਤ ਸੰਗਤ ਵੱਲ ਧਾਇਓ, ਰਸਨਾ ਹਰ ਜਸ ਕਬੂ ਨਾ ਗਾਇਓ। ਰਸਨਾ ਨਾਲ ਹਰੀ ਦਾ ਜਸ ਨਹੀਂ ਕੀਤਾ। ਸਕਲ ਸਰੀਰ ਨਿਸਫਲ ਹੈ ਸੋਈ, ਸਾਰਾ ਸਰੀਰ ਹੀ ਨਿਸਫਲ ਹੈ, ਉਹਦਾ ਬੇਕਾਰ ਹੈ, ਫਲ ਤੋਂ ਰਹਿਤ ਹੈ। ਜਿਨ ਕਬੂ ਸਤਸੰਗ ਨਾ ਜੋਈ, ਜਿਹਨੇ ਕਦੇ ਸਤਸੰਗ ਕੀਤੀ ਹੋਈ ਨਹੀਂ। ਇਸ ਕਰਕੇ ਭਾਈ ਮਰਦਾਨਾ ਜੀ ਭੁੱਖ ਬਹੁਤ ਲੱਗੀ ਹੋਈ ਸੀ, ਜੀ ਬਹੁਤ ਕਰਦਾ ਸੀ ਮਾਸ ਖਾਣ ਨੂੰ। ਫਿਰ ਮਨੁੱਖ ਦਾ ਮਾਸ ਭਾਗਾਂ ਨਾਲ ਮਿਲਿਆ, ਪਰ ਆਹ ਕੁਝ ਸੋਚ ਕੇ ਨਹੀਂ ਮਾਸ ਖਾਧਾ। ਚਲੋ ਵੱਖਰੀ ਗੱਲ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਨੇ ਸਾਧ ਸੰਗਤ ਇੱਕ ਦਾ ਨਹੀਂ, ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਉਹ ਬਘਿਆੜ ਦਾ ਵੀ ਭਲਾ ਕਰਿਆ, ਪਰ ਸਾਨੂੰ ਇਹ ਸਾਧ ਸੰਗਤ ਇੱਥੋਂ ਗਿਆਨ ਪ੍ਰਾਪਤ ਹੁੰਦਾ ਹੈ। ਮਨੁੱਖਾ ਜਨ ਬੜਾ ਮੋਲਕ ਪ੍ਰਾਪਤ ਹੋਇਆ। ਸਤਸੰਗ ਕਰੀਏ, ਹੁਣ ਸਮਾਂ ਹੈ। ਫੇਰ ਨਹੀਂ, ਫਿਰ ਦੂਸਰੇ ਗੁਰੂ ਦਾ ਬਸ ਸਹੀ ਸੰਗਤ ਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਜਦੋਂ ਸਰੀਰ ਦਾ ਤਿਆਗ ਕਰਨ ਲੱਗੇ, ਸੰਗਤਾਂ ਵਿਰਾਗ ਵਿੱਚ ਆਈਆਂ। ਪਰ ਤੁਹਾਡੇ ਦਰਸ਼ਨ, ਉਹ ਕਬਰ ਬਣਾਉਣ ਲੱਗੇ ਮੁਸਲਮਾਨ, ਮੜੀ ਬਣਾਉਣ ਲੱਗੇ ਗੁਰਸਿੱਖ। ਗੁਰੂ ਨਾਨਕ ਦੇਵ ਜੀ, ਬਾਬਾ ਮੜੀ ਨਾ ਗੋਰ, ਨਾ ਮੜੀ ਵਿੱਚ ਨਾ ਕਬਰ ਵਿੱਚ, ਕਿੱਥੇ? ਗੁਰੂ ਅੰਗਦ ਕੇ ਹੀਏ ਮੈਂ। ਉਹ ਗੁਰੂ ਅੰਗਦ ਦੇਵ ਜੀ ਦਾ ਹਿਰਦਾ ਗੁਰੂ ਗ੍ਰੰਥ ਸਾਹਿਬ ਜੀ ਹੈ, 10 ਗੁਰੂਆਂ ਸਾਹਿਬ ਦਾ ਹਿਰਦਾ। ਹੋਰ ਵੀ ਕਿਤੇ ਵਸੋਗੇ ਮਹਾਰਾਜ ਦੀ ਮਰਜ਼ੀ? ਕਹਿੰਦੇ ਹਾਂ। ਗੁਰੂ ਅੰਗਦ ਦੇਵ ਜੀ ਤਾਂ ਕਿਤੇ ਕਿਤੇ ਮਿਲਿਆ ਕਰਨਗੇ ਨਾ, ਹੋਰ ਵੀ ਕਿਤੇ ਮਿਲੋਗੇ, ਦਰਸ਼ਨ ਹੋਣਗੇ? ਕਹਿੰਦੇ ਹਾਂ। ਬਾਬਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮੈਂ, ਪੁਨ ਸਤ ਸੰਗਤ ਮਾਹੇ ਨਿਸ ਦਿਨ ਬਸ ਵੋ ਮੈਂ ਕਰੋ। ਮਹਾਰਾਜ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਤਾਂ ਦਿਨ ਰਾਤ ਹੀ ਵਸਿਆ ਕਰੂੰਗਾ ਮੈਂ। ਸੰਗਤ ਨਾਲ ਬੜਾ ਪਿਆਰ ਹੈ। ਇਸ ਕਰਕੇ ਆਓ ਮਨੁੱਖਾ ਜਨ ਬੜਾ ਮੋਲਕ ਪ੍ਰਾਪਤ ਹੋਇਆ ਹੈ। ਸਤਸੰਗ ਕਰਦੇ 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 ਹੌਲੀ ਹੌਲੀ ਸਾਧ ਸੰਗਤ ਮਨੁੱਖਾ ਜਨ ਦਾ ਅਸਲ ਲਾਹਾ ਪ੍ਰਾਪਤ ਕਰਨਾ, ਆਪੇ ਦੀ ਪਛਾਣ ਕਰਨੀ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੌਲੀ ਹੌਲੀ ਜਿਹੜੇ ਵਿਸ਼ੇ ਵਿਕਾਰ ਨੇ ਅੰਦਰੋਂ ਨਿਕਲਦੇ ਜਾਂਦੇ ਹੈ। ਨਿਰੋਲ ਪਰਮੇਸ਼ਰ ਦੀ ਅੰਸ਼ ਰਹਿ ਜਾਂਦਾ ਹੈ। ਬਾਕੀ ਫਿਰ ਸਾਧ ਸੰਗਤ ਉਹਦਾ ਰੂਪ ਹੋ ਗਿਆ, ਇਹਨੂੰ ਕੁਛ ਕਰਨ ਧਰਨ ਦੀ ਲੋੜ ਨਹੀਂ ਪੈਂਦੀ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਪੂਰਨਮਾਸੀ ਦੇ ਦਿਹਾੜੇ ਦੇ ਬਹਾਨੇ ਦੇ ਨਾਲ ਸਮਾਂ ਮਿਲਦਾ ਹੈ। ਭਾਗਾਂ ਵਾਲਿਓ ਜਿਹੜੇ ਪਹੁੰਚੇ ਹੋ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਸ ਤੋਂ ਉਪਰੰਤ ਗਿਆਨੀ ਮੋਹਨ ਸਿੰਘ ਜੀ ਆਏ ਨੇ, ਅੱਗੇ ਭਾਈ ਗੁਰਸੇਵਕ ਸਿੰਘ ਜੀ ਬੜੀ ਸੋਹਣੀ ਕਥਾ ਕਰਦੇ। ਤਾਂ ਸਾਧ ਸੰਗਤ ਮੇਰੇ ਭਾਗ ਨਹੀਂ ਸੀ ਮੈਂ ਸਰਵਣ, ਮੈਨੂੰ ਉਹਨਾਂ ਨੇ ਡਾਕਟਰਾਂ ਨੇ ਥੋੜ੍ਹਾ ਜਿਹਾ ਰੋਕਦਾ, ਹੁਣ ਵੀ ਕੰਨ 'ਚ ਰੂੰ ਦਿੱਤੀ ਹੋਈ ਹੈ, ਕਹਿੰਦੇ ਸਾਊਂਡ ਦਾ ਧਿਆਨ ਰੱਖਿਓ ਥੋੜ੍ਹਾ ਜਿਹਾ। ਚਲੋ ਕੁਝ ਫਿਰ ਸ਼ੁਕਰਾਨਾ ਹੀ ਕਰੀਦਾ ਵੀ 67 ਸਾਲ ਹੰਢਾ ਲਿਆ ਇਹ ਸਰੀਰ ਨੂੰ, ਕੰਨਾਂ ਤੋਂ ਕੰਮ ਲਿਆ, ਹੁਣ ਵੀ ਰੋਸਾ ਕਰੀ ਜਾਈਏ ਵੀ ਮੈਂ ਤਾਂ ਸਤਸੰਗ ਕਰਦਾ ਸੀ, ਇਹ ਕੀ ਹੋ ਗਿਆ? ਨਹੀਂ, ਬੜਾ ਕੰਮ ਲਿਆ ਸਰੀਰ ਤੋਂ, ਹੁਣ ਮਾੜਾ ਮੋਟਾ ਫਾਲਟ ਪੈ ਗਿਆ, ਪੁਰਾਣੀਆਂ ਗੱਡੀਆਂ 'ਚ ਪੈਂਦਾ ਹੀ ਰਹਿੰਦਾ, ਕੋਈ ਗੱਲ ਨਹੀਂ। ਇਸ ਕਰਕੇ ਮੈਂ ਤਾਂ ਸਰਵਣ ਨਹੀਂ ਕਰ ਸਕਿਆ। ਸੋ ਆਪ ਜੀ ਨੇ ਉਹਨਾਂ ਕੋਲੋਂ, ਉਸ ਤੋਂ ਉਪਰੰਤ ਸਾਧ ਸੰਗਤ ਜਿੰਨੇ ਕੁ ਮੱਤ ਬੁੱਧ ਬਖਸ਼ੀ ਮਹਾਰਾਜ ਜੀ ਨੇ,
ਉਹ ਗੁਰੂ ਦਾ ਜਸ ਕਰਿਆ ਹੈ, ਲਾਹਾ ਪ੍ਰਾਪਤ ਕਰੋ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਅਵਸ ਤਰ ਗਿਆ ਜਿਹੜਾ ਸੰਗਤ ਵਿੱਚ ਆ ਕਰਕੇ ਜਿਹੜਾ ਆਇਆ ਹੈ। ਸੋ ਭਾਗਾਂ ਵਾਲਿਆਂ ਨੂੰ ਸਮਾਂ ਮਿਲਦਾ ਆਪ ਪਹੁੰਚਿਆ ਕਰੋ, ਨਾਲ ਸੰਗਤਾਂ ਨੂੰ ਪ੍ਰੇਰ ਕੇ ਭਾਈ ਵੀ ਉੱਥੇ ਹੀ ਨਾ ਹੱਥ ਲਾ ਕੇ ਮੁੜ ਜਾ ਕਰੋ। ਹੁਣ ਸਮਾਂ ਮਿਲਿਆ, ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ। ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸਈ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੇ ਤਰਿਆ, ਮੇਰੇ ਮਾਧੋ ਜੀ ਸੰਗਤ ਮਿਲੇ ਸੋਈ ਤਰਿਆ, ਮੇਰੇ ਮਾਧੋ ਸੰਗਤ ਮਿਲੇ ਸਈ ਤਰਿਆ, ਮੇਰੇ ਮਾਧੋ ਜੀ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤ। ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਜਿਹੜੇ ਤੇਰੇ ਜੀ ਨਾਲ ਬੀਤਦੇ, ਜਿਹੜੇ ਤੇਰੇ ਜੀ ਵਾਹਿਗੁਰੂ ਨਾਲ ਬੀਤਦੇ। ਉਹ ਜਿਹੜੇ ਤੇਰੇ ਜੀਓ ਨਾਲ ਬੀਤਦੇ। ਉਹ ਜਿਹੜੇ ਤੇਰੇ ਜੀ ਨਾਲ ਬੀਤਦੇ। ਜਿਹੜੇ ਤੇਰੇ ਜੀਆਂ ਨਾਲ ਬੀਤਦੇ। ਜਿਹੜੇ ਤੇਰੇ ਜੀ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ। 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 ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ।
ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ। ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ। ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੈ। ਜਦੋਂ ਭਲੇ ਸੇ ਜਮ ਜਮ ਮਰਦੇ ਕਦੇ ਨਾ ਚੁਕਣ ਹਾਵੈ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ। ਉਹ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਜਾਈ। ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਏ ਵਡਿਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕਮਾਰਿਆ। ਤੁਰ ਕਰਮ ਪਾਇਆ ਤੁਧ ਜਨ ਕੋ ਤੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖੋ ਆਤਿਤ ਕਰ ਅਨ ਵਾਜੇ। ਅੰਧ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਦੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਬਿਨ ਮਤ ਨਾਨਕ ਗੁਰ ਚਰਨ ਲਾਗੇ ਵਾਜੇ ਆਨੰਦ ਪੂਰੇ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਉਹ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ।